ਇੱਕ ਪੁੰਨੂ ਕਾਤਰੋਂ ਜੀ ਨੇ ਧੂਰੀ ਵਾਲੇ ਕਹਿੰਦੇ ਅੱਜ ਤੁਹਾਨੂੰ ਮਾਨ ਸਾਹਿਬ ਨੂੰ ਮਿਲਾ ਦਈਏ। ਮੈਂ ਕਿਹਾ ਜੇ ਉਹਨਾਂ ਕੋਲ ਟਾਈਮ ਨਹੀਂ, ਟਾਈਮ ਬੇਟਾ ਮੇਰੇ ਕੋਲ ਵੀ ਨਹੀਂ ਹੈਗਾ। ਫਿਰ ਮੈਂ ਕਿਹਾ ਜੇ ਉਹ MP ਦੀ ਫੀਲਿੰਗ ਰੱਖਦਾ, ਇੱਧਰ ਕੁੜੀ ਤਾਂ ਰਾਸ਼ਟਰਪਤੀ ਵਾਲੀ ਫੀਲਿੰਗ ਰੱਖਦੀ ਆ। ਆਮ ਆਦਮੀ ਪਾਰਟੀ ਵਾਲਿਆਂ ਦੀ ਸੁਣ ਲਓ, ਉਹਨਾਂ ਨੇ ਭਾਈ ਇੱਕ ਦਿਨ ਮੈਨੂੰ ਦਫ਼ਤਰ 'ਚ ਸੱਦਿਆ, ਕਹਿੰਦੇ ਜੀ ਤੁਹਾਨੂੰ ਪਾਰਟੀ ਲਈ ਮਿਹਨਤ ਕਰਨੀ ਪੈਣੀ ਹੈ। ਮੈਂ ਕਿਹਾ ਵੀ ਕਿੱਥੇ ਟੋਆ ਪੱਟਾਂ? ਮੇਰੇ ਖਿਆਲ ਦੇ ਦਿਓ ਕਹੀ, ਮੈਂ ਪੱਟ ਦਿੰਦੀ ਅੱਜ ਡੂੰਘਾ ਚਾਰਾ ਟੋਆ, 2-4 ਫੁੱਟ ਡੂੰਘਾ ਟੋਆ ਪੱਟ ਦਿੰਦੀ, ਧਰਤੀ 'ਚ ਮਿਹਨਤ ਕਰ ਦਿੰਦੀ ਆ। ਦੁੱਧ ਵਾਲੇ ਭਾਈ ਤੋਂ ਨਾ ਅਸੀਂ ਦੁੱਧ 'ਚੋਂ ਬਾਰ-ਬਾਰ ਪੁੱਛਦੇ ਹਾਂ ਵੀ ਦੁੱਧ 'ਚ ਪਾਣੀ ਤਾਂ ਨਹੀਂ ਪਾਇਆ ਕਿਤੇ। ਅਰ ਸ਼ਰਾਬ 'ਚ ਖੁਦ ਪਾਣੀ ਪਾ ਪੀਂਦੇ ਆ। ਇਹ ਸਮਾਜ ਆ ਜੀ ਮੇਰਾ, ਇਹ ਆ ਮੇਰਾ ਪੰਜਾਬ। ਪੰਜਾਬ ਇਹ ਆ ਪੰਜਾਬ ਦੀ ਧਰਤੀ। ਉਹ ਕਮਲਿਓ, ਤੁਸੀਂ ਤਾਂ ਚਾਟੀਆਂ ਦੀਆਂ ਲੱਸੀਆਂ ਪੀਣੀਆਂ ਦੀ, ਤੁਸੀਂ ਤਾਂ ਕਾੜਨੀਆਂ ਦੇ ਦੁੱਧ ਪੀਣੇ ਸੀ, ਉਹ ਖਤਮ ਹੀ ਕਰਤੇ ਇਸ ਤਾਂ ਵਿਰਸੇ। ਦੇਖਿਆ ਨਾ ਜੀ, ਕੈਪਟਨ ਅਮਰਿੰਦਰ ਸਿੰਘ ਦਾ ਰਾਜ ਵੀ ਦੇਖ ਲਿਆ ਤੇ ਬੀਬੀਆਂ ਦਾ ਰਾਜ ਵੀ ਦੇਖ ਲਿਆ, ਤੇ ਫਿਰ ਹੁਣ ਮੌਕਾ ਦਿਓ ਨਾ ਸਾਡੀ ਕਮਿਊਨਿਟੀ ਨੂੰ। ਕੀ ਪਤਾ ਸੀ ਕੁਝ ਵੱਖਰਾ ਹੀ ਕਰ ਦਈਏ। ਐਸਾ ਟਾਈਮ ਆਊਗਾ, ਜੇ ਮੈਂ ਨਹੀਂ ਵੀ ਜਿੱਤ ਪਾਉਂਦੀ ਨਾ ਬਾਈ 'ਚ, ਇਹੋ ਜਿਹਾ ਟਾਈਮ ਆ ਜਾਊਗਾ 5-4 ਸਾਲਾਂ ਬਾਅਦ, ਜਦ ਲੋਕ ਮੇਰੇ ਘਰੇ ਆ ਜਾਣਗੇ, ਮੇਰੇ ਘਰ ਮੂਹਰੇ ਆ ਕੇ ਧਰਨਾ ਲਾ ਲੈਣਗੇ ਵੀ ਜਸਲੀਨ ਤੂੰ ਮੰਤਰੀ ਬਣ, ਤੇਰੀ ਲੋੜ ਆ ਪੁੱਤ ਹੁਣ। ਕਿ ਦੇਖੋ ਜਿਹੜੇ ਥਰਡ ਜੈਂਡਰਸ ਲੋਕ ਨੇ, ਇਹਨਾਂ ਇਹ ਦੇਖੋ, ਇੱਕ ਮਰਦ ਦੇ ਵਿੱਚ ਸਿਰਫ ਜੈਂਟਸ ਵਾਲੇ ਗੁਣ ਹੁੰਦੇ ਨੇ ਤੇ ਇੱਕ ਲੇਡੀ ਦੇ ਵਿੱਚ ਸਿਰਫ ਲੇਡੀਜ਼ ਵਾਲੇ ਹਾਰਮੋਨਸ ਗੁਣ ਨੇ, ਪਰ ਸਾਡੇ 'ਚ ਤਾਂ ਦੋਨੇ ਮਿਕਸ ਨੇ। ਅਸੀਂ ਤਾਂ ਬੰਦੇ ਨਾਲ ਵੀ ਮਤਲਬ ਕਿ ਬੰਦਿਆਂ ਦੇ ਮੁਕਾਬਲੇ ਵੀ ਖੜ ਸਕਦੀਆਂ, ਜਨਾਨੀਆਂ ਦੇ ਮੁਕਾਬਲੇ ਵੀ ਖੜ ਸਕਦੀਆਂ। ਜ਼ਮੀਨਾਂ ਜਾਇਦਾਦਾਂ, ਪੈਸੇ ਵੀ ਬਹੁਤ ਨੇ, ਪਾਵਰ ਵੀ ਬਹੁਤ, ਉਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ? ਦੇਖੋ ਕਹਿੰਦੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਜ਼ਰੂਰੀ ਨਹੀਂ ਵੀ ਮੇਰੇ ਕੋਲ ਪੈਸਾ ਚਾਹੀਦਾ ਹੈ, ਮੈਂ ਇਹੀ ਗੱਲ ਨੂੰ ਤਾਂ ਬਦਲਣਾ ਚਾਹੁੰਦੀ ਆ ਨਾ। ਤੂੰ ਕਹਿੰਦਾ ਮੈਂ ਇਲੈਕਸ਼ਨ ਲੜਨੀ ਹੋਆ ਜੀ ਪਟਿਆਲੇ ਤੋਂ, ਇਹ ਵੀ ਸੱਚ ਹੈ। ਮੈਂ ਲੋਕ ਇਨਸਾਨੀਅਤ ਲੋਕ ਭਲਾਈ ਪਾਰਟੀ ਇੱਕ, ਉਹਦੇ 'ਚ ਇਲੈਕਸ਼ਨ ਲੜਨੀ ਆ ਆਪਣੀ। ਉਹਦੇ ਵੱਲੋਂ ਮੈਨੂੰ ਟਿਕਟ ਦੇ ਕੇ ਗਏ ਨੇ ਕੱਲ੍ਹ, ਉਹਨਾਂ ਦੀ ਟਿਕਟ ਮੈਂ ਸਿਰ ਮੱਥੇ ਕਰਕੇ ਗਈ। ਲੁਧਿਆਣੇ ਦੀ ਇੱਕ ਪਾਰਟੀ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੁਰਖਾਬ TV। ਪਟਿਆਲੇ ਦੀ ਜਸਲੀਨ ਬਹੁਤ ਮਸ਼ਹੂਰ ਹੈ। ਮਸ਼ਹੂਰ ਇਸ ਕਾਰਨ ਕਰਕੇ ਹੈ ਕਿ ਜਦੋਂ ਵੀ ਕੋਈ ਪੰਜਾਬ ਦੀ ਸਿਆਸਤ ਹੋਵੇ ਜਾਂ ਜਦੋਂ ਕੋਈ ਵੀ ਵਿਵਾਦ ਹੋਵੇ ਤਾਂ ਜਸਲੀਨ ਵਿੱਚ ਆ ਕੇ ਮਾਮਲਿਆਂ 'ਤੇ ਬਹੁਤ ਨਿਧੜਕ ਹੋ ਕੇ ਬੋਲਦੀ ਹੈ, ਅਤੇ ਪੰਜਾਬ ਦੇ ਲੋਕ ਵੀ ਸ਼ਾਇਦ ਇਸ ਕਾਰਨਾਂ ਕਰਕੇ ਪਸੰਦ ਕਰਦੇ ਹੈ ਜਸਲੀਨ ਨੂੰ। ਪਰ ਕਈ ਲੋਕਾਂ ਦੇ ਪਿਛਲੀ ਵਾਰ ਜਦੋਂ ਇੰਟਰਵਿਊ ਕੀਤੀ ਤਾਂ ਕਮੈਂਟ ਬਹੁਤ ਆਏ ਕਿ ਜਸਲੀਨ ਹਰ ਮਾਮਲੇ ਦੇ ਵਿੱਚ ਹੀ ਕਿਉਂ ਬੋਲਦੀ ਹੈ। ਕੀ ਜਸਲੀਨ ਸਿਆਸਤ ਦੇ ਵਿੱਚ ਕੁੱਦਣਾ ਚਾਹੁੰਦੀ ਹੈ? ਕੀ ਜਸਲੀਨ ਪਪੂਲੈਰਿਟੀ ਭਾਲਦੀ ਹੈ? ਕੀ ਜਸਲੀਨ ਲੋਕਾਂ ਦੇ ਅੱਗੇ ਖੁਦ ਨੂੰ ਪੇਸ਼ ਕਰਨਾ ਚਾਹੁੰਦੀ ਹੈ? ਬਹੁਤ ਸਾਰੇ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਵੀ ਹੋਣੇ। ਉਹ ਸਾਰੇ ਸਵਾਲ ਅੱਜ ਜਸਲੀਨ ਮੇਰੇ ਨਾਲ ਮੌਜੂਦ ਨੇ, ਉਹਨਾਂ ਤੋਂ ਕਰਾਂਗੇ। ਜਸਲੀਨ, ਕੀ ਹਾਲ ਨੇ ਤੁਹਾਡੇ? ਬਹੁਤ ਵਧੀਆ ਜੀ, ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ। ਅਤੇ ਜਿਵੇਂ ਮੈਂ ਸ਼ੁਰੂਆਤ ਦੇ ਅੰਦਰ ਗੱਲ ਕੀਤੀ ਕਿ ਜਸਲੀਨ ਨੂੰ ਲੋਕ ਬਹੁਤ ਕੁਝ ਕਹਿੰਦੇ ਹੈ ਕਿ ਜਦੋਂ ਕੋਈ ਪੰਜਾਬ ਦਾ ਭੱਖ ਦਾ ਮਸਲਾ ਹੁੰਦਾ ਤਾਂ ਉਹਦੇ ਵਿੱਚ ਜਸਲੀਨ ਬੋਲਦੀ ਹੈ। ਜਸਲੀਨ ਬੋਲਦੀ ਕਿਉਂ ਹੈ? ਉਹਦਾ ਮਕਸਦ ਕੀ ਹੈ? ਲੋਕ ਕਹਿੰਦੇ ਹੈ ਕਿ ਮਸ਼ਹੂਰੀ ਦੇ ਲਈ, ਆਪਣੇ ਆਪ ਨੂੰ ਅੱਗੇ ਰੱਖਣ ਦੇ ਲਈ ਜਸਲੀਨ ਬੋਲਦੀ ਹੈ। ਇਹਦਾ ਕਾਰਨ ਦੱਸੋ, ਅਸਲ ਕੀ ਹੈ? ਨਹੀਂ ਦੇਖੋ, ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਐਵੇਂ ਦੇ ਕੁਝ ਲੋਕ ਸੋਚਦੇ ਹੋਣਗੇ ਨਾ। ਬਾਕੀ ਕਹਿ ਕੁਛ ਨਹੀਂ ਸਕਦੇ ਕਿਉਂਕਿ ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ। ਜਿਹੜੇ ਮੇਰੇ ਬਾਰੇ ਐਵੇਂ ਸੋਚਦੇ ਨੇ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਕੋਈ ਮਸ਼ਹੂਰੀ ਜਾਂ ਪਬਲਿਸਿਟੀ ਲਈ ਨਹੀਂ ਇਹ ਕੁਛ ਕਰ ਰਹੀ। ਮੈਂ ਤਾਂ ਸਿਰਫ ਤੁਹਾਡੇ ਹੱਕ ਸੱਚ ਲਈ, ਤੁਹਾਡੇ ਹੱਕਾਂ ਨੂੰ ਦਬਾਉਣ ਵਾਲੀ ਇੱਕ ਬੇਧੜ ਬੋਲਣ ਵਾਲੀ ਤੁਹਾਡੀ ਆਪਣੀ ਜਸਲੀਨ ਹੈ, ਜੋ ਤੁਹਾਡੇ ਹੀ ਹੱਕਾਂ ਲਈ ਅੱਗੇ ਆਉਂਦੀ ਆ। ਕਿਉਂਕਿ ਮੇਰੀ ਕਮਿਊਨਿਟੀ ਹਮੇਸ਼ਾ ਹੀ ਤੁਹਾਡਾ ਭਲਾ ਮੰਗਣ ਵਾਲੀ ਕਮਿਊਨਿਟੀ ਆ। ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ, ਅਸੀਂ ਤਾਂ ਸਭ ਦੇ ਘਰਾਂ 'ਚੋਂ ਖਾਣਾ। ਜੇਕਰ ਤੁਹਾਡੇ ਤਪਦੇ ਚੁੱਲ੍ਹਿਆਂ ਨੂੰ ਕੋਈ ਠੰਡਾ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਭ ਤੋਂ ਪਹਿਲਾਂ ਸੇਕ ਮਤਲਬ ਕਿ ਦੁੱਖ ਸਾਨੂੰ ਹੋਊਗਾ ਇਸ ਗੱਲ ਦਾ। ਅਤੇ ਜਿਹੜੀ ਜਸਲੀਨ ਹੈ ਉਹ ਸਿਆਸਤ ਦੇ ਵਿੱਚ ਆਉਣਾ ਚਾਹੁੰਦੀ ਹੈ, ਤਾਂ ਕਰਕੇ ਕਈ ਲੋਕ ਇਹ ਵੀ ਇਲਜ਼ਾਮ ਲਾਉਂਦੇ ਹੈ ਕਿ ਸਟੇਜਾਂ ਉਹਨਾਂ ਨੂੰ ਮਿਲ ਜਾਂਦੀਆਂ ਕਿਉਂਕਿ ਵਧੀਆ ਬੋਲਦੇ ਹੈ, ਬੁਲਾਰੇ ਨੇ। ਬੁਲਾਰਾ ਜਿਹੜਾ ਕਹਿੰਦੇ ਚੰਗਾ ਹੁੰਦਾ ਹੈ, ਉਹ ਸਿਆਸਤ ਦੇ ਵਿੱਚ ਬਹੁਤ ਲੰਮਾ ਸਮਾਂ ਚੱਲਦਾ ਹੈ। ਮਿਸਾਲ ਦੇ ਤੌਰ 'ਤੇ ਭਗਵੰਤ ਮਾਨ, ਹੁਣ ਇਹ ਗੱਲ ਚਰਚਾ ਵੀ ਆ ਰਹੀ ਹੈ, ਬੁਲਾਰਾ ਜਸਲੀਨ ਵੀ ਬਹੁਤ ਵਧੀਆ ਹੈ ਅਤੇ ਜਸਲੀਨ ਵੀ ਸਿਆਸਤ ਦੇ ਵਿੱਚ ਵੱਡਾ ਕੱਦ ਕਰੂਗੀ। ਬਿਲਕੁਲ, ਦੇਖੋ ਲੋਕਾਂ ਦੀ ਸੋਚ ਆ। ਅਗਰ ਲੋਕ ਮੈਨੂੰ ਪਿਆਰ ਕਰਦੇ ਨੇ, ਲੋਕ ਕਹਿੰਦੇ ਨੇ ਕਿ ਹਾਂ ਬੀਬਾ ਤੂੰ ਵੋਟਾਂ 'ਚ ਖੜੀ ਹੋ, ਤੂੰ ਜਿੱਤ, ਹੈ ਨਾ, ਤੈਨੂੰ ਅਸੀਂ ਜਿਤਾਵਾਂਗੇ, ਕਿਉਂਕਿ ਲੋਕਾਂ ਨੂੰ ਯਕੀਨ ਆ ਮੇਰੇ 'ਤੇ। ਕਿਉਂਕਿ ਮੈਂ ਅੱਜ ਦੀ ਇਹ ਨਹੀਂ ਵੀ ਕਿਸਾਨਾਂ ਦਾ ਜੋ ਮਸਲਾ ਹੋਇਆ ਉਹਨੂੰ ਲੈ ਕੇ 1 ਸਾਲ ਪਹਿਲਾਂ ਤੋਂ ਰੌਲਾ ਪਾਉਂਦੀ ਆ ਰਹੀ ਹਾਂ, ਇਹ ਗੱਲ ਨਹੀਂ। ਮੈਂ ਤਾਂ 3-4 ਸਾਲਾਂ ਤੋਂ ਹੀ ਜਦੋਂ ਕੋਈ ਮੁੱਦਾ ਹੋਇਆ, ਚਾਹੇ ਉਹ ਬਰਗਾੜੀ ਕਾਂਡ ਨੂੰ ਲੈ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਲੈ ਕੇ ਹੋਇਆ,
ਚਾਹੇ ਕਿ ਇਹਦਾ ਨਾਮ ਜਦੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਉਦੋਂ ਹੋਇਆ, ਚਾਹੇ ਜੀਐਸਟੀ ਨੂੰ ਲੈ ਕੇ ਹੋਇਆ, ਚਾਹੇ ਕੋਵਿਡ ਨੂੰ ਲੈ ਕੇ ਹੋਇਆ, ਚਾਹੇ ਆਕਸੀਜਨ ਦੀ ਘਾਟ ਨੂੰ ਲੈ ਕੇ ਹੋਇਆ, ਚਾਹੇ ਸ਼ਰਾਬ ਦੀਆਂ ਫੈਕਟਰੀਆਂ ਜੋ ਮਤਲਬ ਕਿ ਆਪਣੇ ਇਹਦੇ ਵਿੱਚ ਜਿਹੜੀਆਂ ਸ਼ੂਗਰ ਮਿਲਸ ਹੁੰਦੀਆਂ ਨੇ ਨਾ ਚਲਾਈਆਂ ਗਈਆਂ ਉਹਨੂੰ ਲੈ ਕੇ ਹੋਇਆ, ਜਾਂ ਨਜਾਇਜ਼ ਸ਼ਰਾਬ ਆ ਜਿਹੜੀ ਉਹ ਮਤਲਬ ਕਿ ਸਪਲਾਈ ਹੁੰਦੀ ਆ ਉਹਨੂੰ ਲੈ ਕੇ ਹੋਇਆ, ਕਿਸੇ ਵੀ ਚਾਹੇ ਬਿਜਲੀ ਸੰਕਟ ਹੋ ਗਿਆ, ਚਾਹੇ ਧਰਤੀ ਹੇਠਲਾ ਪਾਣੀ ਨੂੰ ਬਚਾਉਣ ਲਈ ਹੋ ਗਿਆ, ਜਾਂ ਵਾਤਾਵਰਨ ਨੂੰ ਬਚਾਉਣ ਲਈ ਹੋ ਗਿਆ ਨਾ, ਕਿਸੇ ਵੀ ਵਿਸ਼ੇ ਤੇ ਜਿਸ ਵਿਸ਼ੇ ਤੇ ਚਰਚਾ ਮਤਲਬ ਕਿ ਜਿਹੜਾ ਹੈਡਲਾਈਨ ਤੇ ਆ ਜਾਂਦਾ ਮੈਂ ਉਹਦੇ ਤੇ ਹਮੇਸ਼ਾ ਅੱਗੇ ਆ ਜਾਂਦੀ, ਚਾਹੇ ਉਹ ਸਵਿਸ ਬੈਂਕ ਵਾਲਾ ਕਾਲਾ ਧਨ ਹੋਇਆ, ਚਾਹੇ ਗੰਦੀਆਂ ਸਰਕਾਰਾਂ ਦੀਆਂ ਗੰਦੀਆਂ ਰਾਜਨੀਤੀਆਂ ਹੋਈਆਂ, ਮੈਂ ਤਾਂ ਹਮੇਸ਼ਾ ਹੀ ਬੋਲਦੀ ਹਾਂ ਜੀ। ਇਹ ਸਿਆਸਤ ਵਿੱਚ ਜਾਣਾ ਸ਼ੁਰੂ ਤੋਂ ਹੀ ਮੱਥਿਆ ਸੀ ਕਿ ਮੈਂ ਜੇ ਕੋਈ ਹੈਡਲਾਈਨ ਬਣੂਗੀ ਅਖਬਾਰ ਦੀ ਮੈਂ ਉਹਦੇ ਉੱਤੇ ਬੋਲੂੰਗੀ, ਚਰਚਾ ਕਰੂੰਗੀ, ਤਾਂ ਮੈਂ ਸਿਆਸਤ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਖੁੱਲ੍ਹ ਕੇ ਜਾ ਸਕਦੀ ਹਾਂ। ਇਹ ਸ਼ੁਰੂ ਤੋਂ ਹੀ ਮਿੱਥਿਆ ਹੋਇਆ ਸੀ ਸਿਆਸਤ ਦੇ ਵਿੱਚ ਆਉਣਾ, ਜਾਂ ਇੱਕੋ ਦਮ ਕੋਈ ਸਮਾਂ ਆਇਆ ਐਸਾ ਕਿ ਜਸਲੀਨ ਨੂੰ ਲੱਗਿਆ ਕਿ ਮੈਨੂੰ ਹੁਣ ਸਿਆਸਤ ਦੇ ਵਿੱਚ ਕੁੱਦ ਜਾਣਾ ਚਾਹੀਦਾ? ਬਿਲਕੁਲ ਇਹ ਸਮਾਂ ਨਾ ਇਹ ਉਦੋਂ ਦੀ ਗੱਲ ਆ ਜੀ, 2017 16-17 ਦੀ ਗੱਲ ਆ। ਤਾਂ ਮੈਂ ਜਦੋਂ ਮੇਰਾ ਜੈਂਡਰ ਕਲੀਅਰ ਹੋਇਆ ਸੀ ਨਾ, ਜਿਵੇਂ ਮੈਂ ਮੁੰਡਾ ਨਾ ਕੁੜੀਆਂ ਨਾ, ਮੈਨੂੰ ਬੜਾ ਦੁੱਖ ਲੱਗਦਾ ਸੀ ਯਾਰ ਵੀ ਯਾਰ ਹੁਣ ਜ਼ਿੰਦਗੀ ਕਿਵੇਂ ਕੱਟੀ ਜਾਊਗੀ, ਬੜਾ ਔਖਾ ਹੋ ਗਿਆ, ਬੜਾ ਦਿਲ ਰੋਇਆ ਕਰੇ, ਬੜਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰ 'ਤੇ ਜਾਇਆ ਕਰ, ਉੱਥੇ ਵੀ ਹੰਝੂ ਆਇਆ ਕਰਨ ਅੱਖਾਂ 'ਚੋਂ ਵੀ ਮਾਲਕਾ ਮੈਂ ਤਾਂ ਤੇਰੇ ਦਰ 'ਤੇ ਸੇਵਾ ਕਰਨ ਆਉਂਦੀ ਤੀ, ਤੂੰ ਇਹ ਕੀ ਹੋਇਆ, ਮੇਰੀ ਕੀ ਰਜ਼ਾ ਤੇਰੀ ਬਣੀ ਕਿ ਨਾ ਤੂੰ ਮੈਨੂੰ ਮੁੰਡਾ ਬਣਾਇਆ ਨਾ ਕੁੜੀ। ਫਿਰ ਮੈਂ ਉਸ ਦਿਨ ਤੋਂ ਆਪਣੇ ਆਪ ਨੂੰ ਪੋਜ਼ੀਟਿਵ ਗੇਨ ਕਰਨਾ ਸ਼ੁਰੂ ਕਰ ਦਿੱਤਾ। ਮੈਂ ਸੋਚਿਆ ਵੀ ਮਨਾ ਕਿਉਂ ਨਾ ਜ਼ਿੰਦਗੀ ਵਿੱਚ ਇਹੋ ਜਿਹਾ ਕੁਛ ਕਰਦਾ ਕਿ ਰਹਿੰਦੀ ਦੁਨੀਆ ਤੱਕ ਜਸਲੀਨ ਦੀ ਇੱਕ ਮਿਸਾਲ ਬਣ ਜੇ। ਮੈਂ ਤਾਂ ਉਦੋਂ ਤੋਂ ਹੀ ਸੋਚਣਾ, ਇਹ ਤੋਂ ਪਹਿਲਾਂ ਮੇਰਾ ਸਿਆਸਤ ਵੱਲ ਕੋਈ ਇੰਟਰਸਟ ਹੀ ਨਹੀਂ ਸੀ ਹੁੰਦਾ। ਜਾਨੀ ਸ਼ੁਰੂ ਤੋਂ ਮਿੱਥਿਆ ਨਹੀਂ ਹੋਇਆ ਸੀ? ਨਹੀਂ ਮਿੱਥਿਆ ਹੋਣ ਨੂੰ ਤਾਂ ਦੇਖੋ ਬਸ ਇਹੀ ਚੀਜ਼ਾਂ ਨੂੰ ਤਾਂ ਮੈਂ ਖਤਮ ਕਰਨਾ ਚਾਹੁੰਦੀ ਹਾਂ ਜੋ ਕਹਿੰਦੇ ਤੁਸੀਂ ਮਿੱਥਿਆ ਹੋਇਆ ਨਾ। ਜਿਵੇਂ ਮੰਤਰੀ ਕੀ ਕਰਦੇ ਨੇ, ਪੀੜ੍ਹੀ ਦਰ ਪੀੜ੍ਹੀ ਆਪਣੇ ਬੱਚਿਆਂ ਨੂੰ ਅੱਗੇ ਵੋਟਾਂ 'ਚ ਖੜਾਉਂਦੇ ਨੇ, ਫਿਰ ਪ੍ਰਧਾਨ ਲਾ ਦਿੰਦੇ ਨੇ, ਪ੍ਰੈਜ਼ੀਡੈਂਟ ਲਾ ਦਿੰਦੇ ਨੇ, ਯੂਥ ਦਾ ਲਾ ਦਿੰਦੇ ਨੇ। ਸਾਨੂੰ ਇਹੀ ਗੱਲਾਂ ਹੀ ਹੱਲ ਹੈ, ਸਾਡੇ ਵਿਕਾਸ ਨਹੀਂ ਹੋਣ ਦੇ ਰਹੀਆਂ। ਇਹੀ ਗੱਲਾਂ ਨੂੰ ਤਾਂ ਖਤਮ ਕਰਨ ਲਈ ਜਸਲੀਨ ਅੱਗੇ ਆਉਣਾ ਚਾਹੁੰਦੀ ਆ ਕਿ ਇਕੱਲੀ ਜਸਲੀਨ ਨਹੀਂ ਅੱਗੇ ਆਊਗੀ। ਜਿਵੇਂ ਹੁਣ ਤੁਸੀਂ ਹੋ, ਤੁਸੀਂ ਵੀ ਇੱਕ ਯੂਥ ਹੋ, ਤੁਸੀਂ ਵੀ ਤਾਂ ਸਿਆਸਤ 'ਚ ਆ ਸਕਦੇ ਹੋ। ਹੋਰ ਵੀ ਮੇਰੇ ਨੌਜਵਾਨ ਵੀਰ ਨੇ ਹੈ ਨਾ, ਕਿੰਨੇ ਹੀ ਮੇਰੇ ਵੀਰ ਨੇ ਨੌਜਵਾਨ, ਮੇਰੀਆਂ ਭੈਣਾਂ ਨੇ ਜਿਨ੍ਹਾਂ ਨੇ ਹਾਇਰ ਸਟੱਡੀਆਂ IPS PCS MSc PhD ਤੱਕ ਦੀਆਂ ਕਰ ਰੱਖੀਆਂ ਨੇ ਨਾ, ਜਿਹੜੀਆਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਪ੍ਰੋਫੈਸਰ ਦੀ ਜੌਬ ਕਰਦੀਆਂ ਨੇ, ਜਿਹਨਾਂ ਜਿਹੜੀਆਂ ਬੜੀ ਵੱਡੀ ਸੇਧ ਦੇ ਸਕਦੇ ਨੇ ਪੰਜਾਬ ਨੂੰ। ਅਸੀਂ ਉਹਨਾਂ ਨੂੰ ਕਿਉਂ ਨਹੀਂ ਮੌਕਾ ਦਿੰਦੇ ਅੱਗੇ ਆਉਣ ਦਾ? ਮੈਂ ਤਾਂ ਉਹਨਾਂ ਨੂੰ ਮੌਕਾ ਦੇਣਾ ਚਾਹੁੰਦੀ ਹਾਂ। ਇਹ ਨਹੀਂ ਕਿ ਮੈਂ ਅੱਗੇ ਆਉਣਾ ਚਾਹੁੰਦੀ, ਮੈਂ ਤਾਂ ਯੂਥ ਨੂੰ ਲੈ ਕੇ ਆਉਣਾ ਚਾਹੁੰਦੀ ਵੀ ਸਾਡਾ ਯੂਥ ਹੀ ਅੱਗੇ ਆਵੇ। ਅੱਛਾ, ਆਪਣਾ ਕੋਈ ਮਕਸਦ ਨਹੀਂ, ਜੇ ਬਣਾ ਵੀ ਦਿੰਦੇ ਧੱਕੇ ਨਾਲ ਤਾਂ ਕੋਈ ਹਰਜ ਵੀ ਨਹੀਂ? ਨਹੀਂ ਕੋਈ ਹਰਜ ਵੀ ਨਹੀਂ, ਕਿਉਂਕਿ ਐਂ ਤਾਂ ਮੈਂ ਇਲੈਕਸ਼ਨ ਲੜਨੀ ਹੋਆ ਜੀ ਪਟਿਆਲੇ ਤੋਂ, ਇਹ ਵੀ ਸੱਚ ਹੈ। ਮੈਂ ਲੋਕ ਇਨਸਾਨੀਅਤ ਲੋਕ ਭਲਾਈ ਪਾਰਟੀ ਇੱਕ ਉਹਦੇ 'ਚ ਇਲੈਕਸ਼ਨ ਲੜਨੀ ਆਪਣੀ, ਉਹਦੇ ਵੱਲੋਂ ਮੈਨੂੰ ਟਿਕਟ ਦੇ ਕੇ ਗਏ ਨੇ। ਕੱਲ੍ਹ ਉਹਨਾਂ ਦੀ ਟਿਕਟ ਮੈਂ ਸਿਰ ਮੱਥੇ ਕਰਕੇ ਗਈ। ਲੁਧਿਆਣੇ ਦੀ ਇੱਕ ਪਾਰਟੀ ਆ, ਮਤਲਬ ਕਿ ਲੁਧਿਆਣੇ ਉਹਨਾਂ ਦਾ ਹੈੱਡ ਆਫਿਸ ਆ, ਵੈਸੇ ਰਜਿਸਟਰਡ ਪਾਰਟੀ ਆ, ਇੰਟਰਨੈਸ਼ਨਲ ਨੈਸ਼ਨਲ ਲੈਵਲ ਦੀ ਪਾਰਟੀ ਆ ਹੈ ਨਾ। ਸਿਆਸਤ 'ਚ ਤਾਂ ਬਹੁਤ ਪਾਵਰ ਵੀ ਚਾਹੀਦੀ ਹੁੰਦੀ ਹੈ, ਪਿੱਛੇ ਪੈਸਾ ਵੀ ਚਾਹੀਦਾ ਹੁੰਦਾ, ਅਤੇ ਤੁਸੀਂ ਤਾਂ ਬਹੁਤ ਸਧਾਰਨ ਜੇ ਪਰਿਵਾਰ 'ਚੋਂ ਅਤੇ ਨਾ ਐਡੀ ਕੋਈ ਪਿਛਲੀ ਬੈਕ ਹੈ, ਫਿਰ ਉਹ ਵੱਡੇ ਸਿਆਸਤਦਾਨਾਂ ਦਾ ਜਿਨ੍ਹਾਂ ਦੀ ਜ਼ਮੀਨਾਂ ਜਾਇਦਾਦਾਂ ਪੈਸੇ ਵੀ ਬਹੁਤ ਨੇ, ਪਾਵਰ ਵੀ ਬਹੁਤ, ਉਹਨਾਂ ਦਾ ਮੁਕਾਬਲਾ ਕਿਵੇਂ ਕਰੋਗੇ? ਦੇਖੋ ਕਹਿੰਦੇ ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ। ਜ਼ਰੂਰੀ ਨਹੀਂ ਵੀ ਮੇਰੇ ਕੋਲ ਪੈਸਾ ਚਾਹੀਦਾ ਹੈ, ਮੈਂ ਇਹੀ ਗੱਲ ਨੂੰ ਤਾਂ ਬਦਲਣਾ ਚਾਹੁੰਦੀ ਹਾਂ ਨਾ ਕਿ ਲੋਕਾਂ ਨੂੰ ਪਤਾ ਹੈ ਵੀ ਜਸਲੀਨ ਕੋਲ ਇੰਨਾ ਪੈਸਾ ਨਹੀਂ ਕਿ ਉਹ ਵੱਡੀਆਂ ਫਲੈਕਸਾਂ ਲਗਵਾ ਲੂਗੀ ਆਪਣੀਆਂ। ਜਸਲੀਨ ਕੋਲ ਇੰਨਾ ਪੈਸਾ ਨਹੀਂ ਕਿ ਉਹ ਝੂਠੇ ਤੁਹਾਨੂੰ ਵਾਅਦੇ ਕਰ ਲੂਗੀ ਨਾ ਕਿ ਤੁਹਾਡੇ ਲਈ ਘਰਾਂ 'ਚ ਨਸ਼ਾ ਪ੍ਰਮੋਟ ਕਰਵਾ ਦੂਗੀ। ਜਸਲੀਨ ਕੋਲ ਇੰਨਾ ਪੈਸਾ ਨਹੀਂ ਕਿ ਪ੍ਰੈਸ ਵਾਲਿਆਂ ਨੂੰ ਦਿਖਾਉਣ ਲਈ 400 ਮੁੰਡਾ ਇਕੱਠਾ ਕਰਕੇ ਨਸ਼ੇ ਦੀਆਂ ਗੋਲੀਆਂ ਜਾਂ ਸ਼ੀਸ਼ੀਆਂ ਸਪਲਾਈ ਕਰ ਦੂਗੀ ਨਾ ਹੀ ਮੈਂ ਇਸ ਗੱਲ ਦੇ ਹੱਕ 'ਚ ਹਾਂ। ਮੈਨੂੰ ਹਾਰਨਾ ਮਨਜ਼ੂਰ ਆ, ਪਰ ਮੈਂ ਨਸ਼ਿਆਂ ਨੂੰ ਪ੍ਰਮੋਟ ਨਹੀਂ ਕਰ ਸਕਦੀ, ਮੈਂ ਗਲਤ ਕੰਮਾਂ ਨੂੰ ਪ੍ਰਮੋਟ ਨਹੀਂ ਕਰ ਸਕਦੀ। ਇਹੀ ਧਾਰਨਾ ਨੂੰ ਤਾਂ ਮੈਂ ਬਦਲਣਾ ਚਾਹੁੰਦੀ ਹਾਂ। ਜਸਲੀਨ, ਚਲੋ ਮੰਨਿਆ ਕਿ ਤੁਸੀਂ ਰੱਬ ਕਰੇ ਜਿੱਤ ਜਾਓ, ਪਰ ਜੇ ਇੱਕ ਨਾ ਵਾਲਾ ਪਾਸਾ ਵੀ ਹੁੰਦਾ ਹੈ ਨਾ, ਸਿੱਕੇ ਦੇ ਦੋ ਪਹਿਲੂ ਹੁੰਦੇ। ਜੇ ਪਹਿਲੂ ਦੂਸਰਾ ਘੁੰਮ ਗਿਆ ਉੱਪਰਲਾ, ਮੰਨ ਲਓ ਕਿ ਨਹੀਂ ਜਿੱਤ ਪਾਏ, ਤਾਂ ਫਿਰ ਅਗਲੀ ਵਾਰ ਜਦੋਂ ਅਗਲੇ 5 ਸਾਲਾਂ ਬਾਅਦ ਦੁਬਾਰੇ ਇਲੈਕਸ਼ਨ ਲੜਨ ਦੀ, ਚੋਣ ਦੀ ਹਿੰਮਤ ਹੋਊਗੀ, ਜਾਂ ਫਿਰ ਇਸ ਵਾਰ ਜਿੱਤ ਗਏ ਜਾਂ ਹਾਰ ਗਏ ਇੱਥੇ ਢੇਰੀ ਢਾਹ ਕੇ ਬਹਿ ਜਾਓਗੇ? ਦੇਖੋ ਮੈਨੂੰ ਜਿੱਤਣ ਤੇ ਹਾਰਨ ਨਾਲ ਕੋਈ ਮਤਲਬ ਨਹੀਂ ਹੈਗਾ। ਮੈਂ ਹਾਰ ਜਾਂ ਮੈਂ ਤਾਂ ਵੀ ਲੋਕਾਂ ਦਾ ਧੰਨਵਾਦ ਕਰਦੀ ਹਾਂ, ਮੈਂ ਜਿੱਤ ਜਾਂਦੀ ਹਾਂ ਤਾਂ ਵੀ ਮੈਂ ਧੰਨਵਾਦ ਕਰਦੀ ਹਾਂ। ਹੁਣ ਤੁਸੀਂ ਕਹੋਗੇ ਵੀ ਹਾਰਨ 'ਤੇ ਕਿਉਂ? ਕਿਉਂਕਿ ਦੇਖੋ ਮੈਂ ਤਾਂ ਉਹ ਇਨਸਾਨ ਆ ਜੋ ਸਮੇਂ 'ਤੇ ਹੱਕ ਸੱਚ ਦਾ ਹੋਕਾ ਦੰਦੀਓ ਰਹੂੰਗੀ। ਐਸਾ ਟਾਈਮ ਆਊਗਾ ਜੇ ਮੈਂ ਨਹੀਂ ਵੀ ਜਿੱਤ ਪਾਉਂਦੀ ਨਾ 22 'ਚ, ਇਹੋ ਜਿਹਾ ਟਾਈਮ ਆ ਜਾਊਗਾ 5-4 ਸਾਲਾਂ ਬਾਅਦ ਜਦ ਲੋਕ ਮੇਰੇ ਘਰੇ ਆ ਜਾਣਗੇ, ਮੇਰੇ ਘਰ ਮੂਹਰੇ ਆ ਕੇ ਧਰਨਾ ਲਾ ਲੈਣਗੇ ਵੀ ਜਸਲੀਨ ਤੂੰ ਮੰਤਰੀ ਬਣ, ਤੇਰੀ ਲੋੜ ਆ ਪੁੱਤ ਹੁਣ।
ਸਿਆਸਤ 'ਚ ਆਖਿਆ ਜਾਂਦਾ ਹੈ ਕਿ ਜਿਵੇਂ ਤੁਸੀਂ ਬਦਲਾਅ ਦੀ ਕੋਸ਼ਿਸ਼ ਕਰ ਰਹੇ ਹੋ ਕਿ ਬਦਲਾਅ ਆਵੇ ਕੋਈ, ਪਰ ਕਈ ਲੋਕ ਸਵਾਲ ਵੀ ਤੁਹਾਡੀ ਕਮਿਊਨਿਟੀ ਤੇ ਖੜੇ ਕਰਦੇ ਆ ਕਿ ਹੁਣ ਇਹ ਲੋਕ ਸਿਆਸਤ ਦੇ ਵਿੱਚ ਆਉਣਗੇ, ਇਹ ਲੋਕ ਇਲੈਕਸ਼ਨ ਲੜਨਗੇ। ਮੈਂ ਖਾਸ ਕਰਕੇ ਜਦੋਂ ਪਿਛਲੀ ਇੰਟਰਵਿਊ ਕੀਤੀ ਹੈ, ਜਦੋਂ ਤੁਸੀਂ ਆਖਿਆ ਸੀ ਕਿ ਮੈਂ ਪਟਿਆਲਾ ਤੋਂ ਇਲੈਕਸ਼ਨ ਲੜੂੰਗੀ, ਤਾਂ ਉਦੋਂ ਇੱਕ ਕਮੈਂਟ ਸੀ, ਬਹੁਤ ਸਾਰੇ ਲੋਕਾਂ ਦੇ ਕਮੈਂਟ ਸੀ ਕਿ ਇਹ ਕਮਿਊਨਿਟੀ ਹੁਣ ਚੋਣਾਂ ਦੇ ਵਿੱਚ ਆਊਗੀ ਕਿ ਲੀਡਰ ਵਧੀਆ ਰਾਜਨੀਤੀ ਨਹੀਂ ਕਰਦੇ। ਦੇਖੋ, ਜੋ ਮੇਰੇ ਵੀਰ ਮੇਰੇ ਬਾਰੇ ਐਵੇਂ ਸੋਚਦੇ ਨੇ ਹੈ ਨਾ, ਤਾਂ ਮੈਂ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦੀ ਹਾਂ, ਮੇਰੀਆਂ ਭੈਣਾਂ ਨੂੰ, ਕਿ ਦੇਖੋ ਜਿਹੜੇ ਥਰਡ ਜੈਂਡਰਸ ਲੋਕ ਨੇ ਇਹ ਦੇਖੋ, ਇੱਕ ਮਰਦ ਦੇ ਵਿੱਚ ਸਿਰਫ ਜੈਂਟਸ ਵਾਲੇ ਗੁਣ ਹੁੰਦੇ ਨੇ ਅਤੇ ਇੱਕ ਲੇਡੀ ਦੇ ਵਿੱਚ ਸਿਰਫ ਲੇਡੀਜ਼ ਵਾਲੇ ਹਾਰਮੋਨਸ ਗੁਣ ਨੇ, ਪਰ ਸਾਡੇ 'ਚ ਤਾਂ ਦੋਨੇ ਮਿਕਸ ਨੇ। ਅਸੀਂ ਤਾਂ ਬੰਦੇ ਨਾਲ ਵੀ ਮਤਲਬ ਕਿ ਬੰਦਿਆਂ ਦੇ ਮੁਕਾਬਲੇ ਵੀ ਖੜ੍ਹ ਸਕਦੀਆਂ, ਜਨਾਨੀਆਂ ਦੇ ਮੁਕਾਬਲੇ ਵੀ ਖੜ੍ਹ ਸਕਦੀਆਂ। ਦੇਖੋ, ਮੈਂ ਜਿਹੜਾ ਮੇਰਾ ਮਾਈਂਡ ਹੈ, ਮੈਂ ਇਕੱਲੀ ਸੋਚਦੀ ਹਾਂ। ਮੈਂ ਕੀ ਸੋਚਦੀ ਹਾਂ, ਮੈਂ 2 ਮੁੰਡਿਆਂ 'ਚ ਬੈਠੀ ਹਾਂ ਤਾਂ ਮੈਂ ਮੁੰਡਿਆਂ ਵਾਲੀਆਂ ਗੱਲਾਂ ਕਰ ਲੂੰਗੀ ਨੋਰਮਲੀ, ਜਿਵੇਂ ਮੁੰਡੇ ਗੱਲਾਂ ਕਰਦੇ ਨੇ ਵੀ ਬਾਈ ਕੀ ਹਾਲ ਚਾਲ ਆ, ਹੋਰ ਵਧੀਆ, ਜਿਵੇਂ ਦੀਆਂ ਉਹ ਵੀ ਗੱਲਾਂ ਕਰਨਗੇ ਵੀ ਹਾਂ ਬਾਈ ਰਾਜਨੀਤੀ ਚੱਲ ਰਹੀ ਅੱਜ ਕੱਲ੍ਹ ਕਿਸਾਨਾਂ ਦਾ। ਜੇਕਰ ਮੈਂ ਬੀਬੀਆਂ 'ਚ ਬੈਠੂਗੀ ਤਾਂ ਮੈਂ ਬੀਬੀਆਂ ਦੀਆਂ ਗੱਲਾਂ ਕਰ ਲੂੰਗੀ ਵੀ ਹੋਰ ਭੈਣ ਜੀ, ਸੱਸ ਨੂੰ ਤਾਂ ਨਹੀਂ ਤੰਗ ਕਰਦੀ, ਸੱਸ ਤਾਂ ਨਹੀਂ ਤੰਗ ਕਰਦੀ, ਹੋਰ ਰੋਟੀ ਪਾਣੀ ਬਣਾ ਲਿਆ, ਕੀ ਬਣਾਇਆ ਅੱਜ, ਤਾਂ ਮੈਂ ਲੇਡੀਜ਼ ਵਾਲੀਆਂ ਗੱਲਾਂ ਕਰ ਲੂੰਗੀ। ਕਿਉਂ ਮੈਂ ਅੱਗੇ ਨਹੀਂ ਆ ਸਕਦੀ? ਮੈਂ ਇਹੀ ਤਾਂ ਧਾਰਨਾ ਨੂੰ ਬਦਲਣਾ ਚਾਹੁੰਦੀ, ਜੋ ਲੋਕ ਸੋਚਦੇ ਨੇ ਕਿ ਹਾਂ ਦੇਖੋ, ਜੇਕਰ ਤੁਸੀਂ ਲੋਕਾਂ ਨੇ ਬੰਦਿਆਂ ਦਾ ਰਾਜ ਵੀ ਦੇਖ ਲਿਆ, ਦੇਖਿਆ ਨਾ ਜੀ, ਕੈਪਟਨ ਅਮਰਿੰਦਰ ਸਿੰਘ ਦਾ ਰਾਜ ਵੀ ਦੇਖ ਲਿਆ ਅਤੇ ਬੀਬੀਆਂ ਦਾ ਰਾਜ ਵੀ ਦੇਖ ਲਿਆ, ਅਤੇ ਫਿਰ ਹੁਣ ਮੌਕਾ ਦਿਓ ਨਾ ਸਾਡੀ ਕਮਿਊਨਿਟੀ ਨੂੰ, ਕੀ ਪਤਾ ਅਸੀਂ ਕੁਝ ਵੱਖਰਾ ਹੀ ਕਰ ਦਈਏ, ਕਿਉਂਕਿ ਇਹਨਾਂ ਦੇ ਤਾਂ ਬੱਚੇ 30, ਇਹਨਾਂ ਦੇ ਹਸਬੈਂਡ ਵਾਈਫ ਸੀ, ਸਾਡਾ ਤਾਂ ਕੁਛ ਵੀ ਨਹੀਂ ਹੈਗਾ, ਸਾਡਾ ਤਾਂ ਜੋ ਕੁਛ ਹੈ ਪਬਲਿਕ ਆ, ਤਾਂ ਕਿਉਂ ਨਾ ਸਾਨੂੰ ਮੌਕਾ ਦਿੱਤਾ ਜਾਵੇ। ਸੋ ਇਹ ਸਾਡੇ ਨਾਲ ਜਸਲੀਨ ਸੀ ਪਟਿਆਲਾ ਤੋਂ, ਜਿਹੜੇ ਕਹਿੰਦੇ ਆ ਕਿ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਆ, ਬਦਲਾਅ ਲੈ ਕੇ ਆਉਣਾ ਚਾਹੁੰਦੇ ਆ, ਅਤੇ ਉਹ ਰਾਜਨੀਤੀ ਨੂੰ ਇੱਕ ਵੱਖਰਾ ਰੂਪ ਦੇਣਾ ਚਾਹੁੰਦੇ। ਜਸਲੀਨ ਜੀ, ਮੈਂ ਅਗਲਾ ਸਵਾਲ ਕਰਾਂ, ਹੁਣ ਫਿਰ ਸਿਆਸਤੀ ਅੱਜ ਇੰਟਰਵਿਊ ਸਾਰੀ ਘੁਮਾਵਾਂਗੇ ਆਪਾਂ, ਕਿ ਹੁਣ ਗੱਡੀਆਂ ਦਾ ਚੋਣ ਪ੍ਰਚਾਰ ਸ਼ੁਰੂ ਹੋਊਗਾ, ਗੱਡੀਆਂ ਦਾ ਕਾਫਲਾ ਸ਼ੁਰੂ ਹੋਊਗਾ ਬਣਨਾ, ਅਤੇ ਜਸਲੀਨ ਦੇ ਕਾਫਲੇ 'ਚ ਕਿੰਨੀਆਂ ਕੁ ਗੱਡੀਆਂ ਹੋਣਗੀਆਂ, ਇਹਦੇ ਬਾਰੇ ਸਾਰੀ ਪਲੈਨਿੰਗ ਕਰ ਰੱਖੀ ਹੈ? ਦੇਖੋ, ਇਹਦੇ ਬਾਰੇ ਮੇਰੇ ਕੋਲ ਤਾਂ ਕੋਈ ਪਰਸਨਲ ਗੱਡੀ ਨਹੀਂ ਜੀ, ਮੇਰੇ ਕੋਲ ਤਾਂ ਸਕੂਟੀ ਇੱਕ ਵਿਚਾਰੀ ਮੇਰੀ, ਉਹ ਵੀ ਮੈਂ ਕਿਸ਼ਤਾਂ 'ਤੇ ਲਈ, ਇੰਸਟਾਲਮੈਂਟਸ 'ਤੇ ਲਈ ਹੋਈ ਹੈ, ਕਿਸ਼ਤਾਂ 'ਤੇ ਲਈ ਹੋਈ ਆ ਨਾ, ਉਹਦੀਆਂ ਵੀ ਜੇ 3-4 ਕਿਸ਼ਤਾਂ ਰਹਿੰਦੀਆਂ ਨੇ ਭਰਨ ਨੂੰ, ਕਿਉਂਕਿ ਪਰ ਮੰਥ ਚੱਲਦੀ ਹੈ ਨਾ, ਤਾਂ ਉਹਦੀ ਵੀ 2-3 ਕਿਸ਼ਤਾਂ ਰਹਿੰਦੀਆਂ ਨੇ ਮੇਰੀ ਸਕੂਟੀ ਦੀਆਂ ਭਰਨ ਨੂੰ ਨਾ। ਤਾਂ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਗੱਡੀਆਂ ਲਊਂਗੀ ਇਹ ਨਹੀਂ, ਪਰ ਮੈਂ ਸਾਦੀ ਜ਼ਿੰਦਗੀ ਜੀਣਾ ਚਾਹੁੰਦੀ ਹਾਂ। ਮੈਂ ਇਹਨਾਂ ਵਾਂਗੂ ਬਿਆਨ ਨਹੀਂ ਕਰ ਸਕਦੀ, ਮੈਂ ਇਹਨਾਂ ਵਾਂਗੂ ਬੜੇ ਪੋਸਟਰ ਨਹੀਂ, ਫਲੈਕਸਾਂ ਨਹੀਂ ਲਗਵਾ ਸਕਦੀ ਵੀ ਦੇਖੋ ਜੀ ਮੈਂ ਗਰੀਬ ਘਰਾਂ 'ਚ ਬੈਠੀ ਹਾਂ। ਮੈਂ ਤਾਂ ਅੱਜ ਦੀ ਜੇ ਸੱਚਾਈ ਦੱਸਾਂ ਨਾ, ਮੈਂ ਜੀ ਆਪਣੇ ਧੋਬੀ ਗਈ, ਜਦੋਂ ਮੈਂ ਕੱਪੜੇ ਵਾਸ਼ ਕਰਾਉਣੀ ਹੈ ਧੋਬੀ ਤੋਂ ਆਪਣੇ ਤੋਂ, ਤਾਂ ਮੈਂ ਉਹਨਾਂ ਦੇ ਘਰ ਗਈ, ਮੈਂ ਉਹਨਾਂ ਨੂੰ ਜਾ ਕੇ ਹੀ ਪੁੱਛਿਆ, ਮੈਂ ਕਿਹਾ ਵੀ ਖਾਣ ਨੂੰ ਕੀ ਬਣਾਇਆ ਤੁਸੀਂ? ਕਹਿੰਦੇ ਜੀ ਅੱਜ ਅਸੀਂ ਲਸਣ ਦੀ ਚਟਣੀ ਅਤੇ ਮਿਰਚਾਂ ਵਾਲੀ ਚਟਣੀ ਬਣਾਈ ਆ। ਮੈਂ ਕਿਹਾ ਜੀ ਮੰਮੀ ਰੋਟੀ ਦਿਓ ਫਿਰ, ਮੈਨੂੰ ਤਾਂ ਭੁੱਖ ਲੱਗ ਰਹੀ ਹੈ ਮੈਨੂੰ ਤਾਂ ਮੈਂ ਉੱਥੇ ਰੋਟੀ ਖਾ ਕੇ ਆਈ। ਮੈਂ ਤਾਂ ਉਹ ਜਿਹੀ ਹਾਂ ਜੀ, ਮੈਂ ਤਾਂ ਮੇਰੇ ਇੱਕ ਦਿਨ ਗੁਰੂ ਜੀ, ਮੇਰੇ ਇੱਕ ਅੰਨੂ ਮਹੰਤ ਗੁਰੂ ਜੀ ਨੇ, ਮੈਂ ਉਹਨਾਂ ਨਾਲ ਇੱਕ ਦਿਨ ਕੰਮ 'ਤੇ ਜਾ ਰਹੀ ਸੀ, ਮੇਰਾ ਜੋ ਵਧਾਈਆਂ ਦਾ ਕੰਮ ਆ, ਤਾਂ ਅਸੀਂ ਕੀ ਦੇਖਿਆ ਕਿ ਇੱਕ ਜਿਨ੍ਹਾਂ ਨੂੰ ਗੱਡੀ ਲੋਹਾਰ ਕਿਹਾ ਜਾਂਦਾ ਹੈ ਨਾ, ਇੱਕ ਸ਼੍ਰੇਣੀ ਆ, ਸਾਡੇ ਵਰਗੇ ਇਨਸਾਨ ਨੇ ਨਾ, ਉਹ ਬੀਬੀਆਂ ਨੇ ਵੱਡੇ ਵੱਡੇ ਘੱਗਰੇ ਪਾਏ ਹੁੰਦੇ ਨੇ ਨਾ, ਲਟਕਣ ਜੇ ਲਾ ਕੇ, ਅਤੇ ਉਹ ਬੀਬੀ ਨਾ ਰੋਟੀਆਂ ਬਣਾ ਰਹੀ ਸੀ ਹੱਥ ਨਾਲ, ਉਹ ਵੇਲ ਕੇ ਨਹੀਂ ਬਣਾਉਂਦੇ, ਤਾਂ ਉਹ ਬੜੀਆਂ ਫੁਲਾ ਕੇ ਰੋਟੀਆਂ ਦੇ ਰਹੀ ਸੀ। ਦੁਪਹਿਰ ਦਾ ਟਾਈਮ ਸੀਗਾ, ਪਿਛਲੇ ਸਾਲ ਦੀ ਉਹ ਗੱਲ ਹੈ ਜੀ, ਥੋੜ੍ਹਾ ਟਾਈਮ ਪਹਿਲਾਂ ਦੀ ਉਹ, ਤਾਂ ਸਰਦੀ ਜੀ ਦੀ ਗੱਲ ਆ। ਤਾਂ ਮੈਂ ਕਿਹਾ ਮੈਂ ਆਪਣੇ ਗੁਰੂ ਨੂੰ ਕਿਹਾ, ਮੈਂ ਕਿਹਾ ਮੰਮਾ ਮੈਂ ਭੁੱਖ ਲੱਗ ਰਹੀ ਆ। ਕਹਿੰਦੀ ਇਹਨਾਂ ਨੂੰ ਪੁੱਛ ਫਿਰ ਕੀ ਬਣਾਇਆ ਬੀਬੀਆਂ ਨੇ। ਮੈਂ ਉਹਨਾਂ ਕੋਲ ਗਈ, ਮੈਂ ਕਿਹਾ ਕੁੜੇ ਕੀ ਬਣਾਇਆ? ਕਹਿੰਦੀ ਚਟਣੀ ਕੁੱਟੀ ਹੈ ਅਤੇ ਰੋਟੀ। ਮੈਂ ਕਿਹਾ ਲਿਆ ਫਿਰ ਫੜਾ, ਉਹਨੇ ਚਟਣੀ ਅਤੇ ਰੋਟੀ ਧਰ ਕੇ ਦੇਤੀ, ਮੈਂ ਉੱਥੇ ਬਹਿ ਕੇ ਖਾ ਲਈ। ਮੈਂ ਤਾਂ ਉਹ ਹਾਂ ਜੀ, ਦੇਖ ਲਓ ਹੁਣ ਤੁਸੀਂ ਆਪ ਸੋਚ ਸਕਦੇ ਹੋ ਵੀ ਮੈਂ ਕਿਸ ਗਰਾਊਂਡ ਲੈਵਲ ਦੀ ਹਾਂ। ਆਮ ਆਦਮੀ ਪਾਰਟੀ 'ਚ ਜਾਣ ਦਾ ਸਬੱਬ ਕਿਉਂ ਨਹੀਂ ਬਣਿਆ? ਕਿਉਂਕਿ ਤੀਜਾ ਧੜਾ ਤਾਂ ਉਹ ਵੀ ਆਖਿਆ ਜਾਂਦਾ ਹੈ ਕਿ ਤੀਜਾ ਬਦਲਾਅ ਹੈ, ਤੀਜਾ ਬਦਲਾਅ ਜਸਲੀਨ ਵੀ ਹੈ। ਬਿਲਕੁਲ ਆਮ ਆਦਮੀ ਪਾਰਟੀ ਵਾਲਿਆਂ ਦੀ ਸੁਣ ਲਓ। ਉਹਨਾਂ ਨੇ ਭਾਈ ਇੱਕ ਦਿਨ ਮੈਨੂੰ ਦਫ਼ਤਰ 'ਚ ਸੱਦਿਆ, ਕਹਿੰਦੇ ਜੀ ਤੁਹਾਨੂੰ ਪਾਰਟੀ ਲਈ ਮਿਹਨਤ ਕਰਨੀ ਪੈਣੀ ਹੈ। ਮੈਂ ਕਿਹਾ ਵੀ ਕਿੱਥੇ ਟੋਆ ਪੱਟਾਂ ਪਾਰਟੀ ਲਈ? ਮੈਂ ਕਿਹਾ ਤੁਹਾਡੇ ਇੰਨੇ ਲੀਡਰ ਨੇ, ਤੁਹਾਡੇ 117 ਤੁਸੀਂ MLA ਖੜਾਏ ਸੀ, ਉਹਨਾਂ 'ਚੋਂ ਛੱਡ ਕੇ ਤੁਸੀਂ 20 ਵਿਧਾਨ ਸਭਾ 'ਚ ਜਿਤਾਤੇ, 20 ਦੇ 20 ਨੂੰ ਮੇਰੇ ਕੋਲ ਲਿਆਓ, ਉਹਨਾਂ ਨੂੰ ਮੇਰੇ ਮੁਕਾਬਲੇ ਉਹਨਾਂ ਦੀਆਂ YouTube 'ਤੇ ਇੰਟਰਵਿਊਜ਼ ਕੱਢ ਲਓ, ਮੇਰੀਆਂ ਕੱਢ ਲਓ, ਵਿਊਜ਼ ਕੱਢ ਲਓ, ਉਹਨਾਂ ਬਾਰੇ ਲੋਕਾਂ ਦੇ ਘਰ ਜਾ ਕੇ ਪੁੱਛੋ ਵੀ ਇਹ ਕਿਹੋ ਜਿਹੇ ਨੇ। ਉਹ ਕਹਿੰਦੇ ਜੀ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਪਾਰਟੀ ਲਈ। ਮੈਂ ਕਿਹਾ ਜੀ ਕਿੱਥੇ ਟੋਆ ਪੱਟਣ ਦੱਸੋ? ਮੇਰੇ ਖਿਆਲ ਦੇ ਦਿਓ ਕਹੀ, ਮੈਂ ਪੱਟ ਦਿੰਦੀ ਹਾਂ, ਅੱਜ ਡੂੰਘਾ 2-4 ਫੁੱਟ ਡੂੰਘਾ ਟੋਆ ਪੱਟ ਦਿੰਦੀ, ਧਰਤੀ 'ਚ ਮਿਹਨਤ ਕਰ ਦਿੰਦੀ ਹਾਂ, ਜਾਂ ਮਿਹਨਤ ਕਰ ਦਿੰਦੀ ਹਾਂ, ਦੱਸੋ ਮੈਂ ਕਿੱਥੇ ਮਿਹਨਤ ਕਰਾਂ, ਕਿੱਥੇ ਦਿਹਾੜੀ ਜਾ ਕੇ ਆਵਾਂ? ਇਹੀ ਮਿਹਨਤ ਆ ਜੀ। ਮੈਂ ਕਿਹਾ ਜੇ ਤੁਸੀਂ ਸੋਚਦੇ ਹੋ ਵੀ ਮੈਂ ਘਰ ਘਰ ਜਾ ਕੇ ਆਪਣਾ ਪ੍ਰਚਾਰ ਕਰੂੰਗੀ, ਪਰਸਨਲੀ ਤੌਰ 'ਤੇ ਐਵੇਂ ਨਹੀਂ ਹੋ ਸਕਦਾ। ਮੈਂ ਕਿਹਾ ਜਦੋਂ ਤੁਸੀਂ ਮੈਨੂੰ ਲੈਣਾ ਹੀ ਨਹੀਂ ਚਾਹੁੰਦੇ ਪਾਰਟੀ ਦੇ ਵਿੱਚ ਨਾ, ਕਿਉਂਕਿ ਉਹਨਾਂ ਨੂੰ ਆਪਦਾ ਵੀ ਡਰ ਆ ਨਾ ਵੀ ਸਾਡੇ ਭਾਂਡੇ ਨਾ ਖੰਡਿਆ ਦੇਵੇ। ਭਗਵੰਤ ਮਾਨ ਨਾਲ ਕਦੇ ਇਸ ਮੁੱਦੇ 'ਤੇ ਗੱਲ ਹੋਈ ਕਿ ਮੈਨੂੰ ਪਟਿਆਲੇ ਤੋਂ ਸੀਟ ਦਿਓ? ਨਹੀਂ, ਉਹਨਾਂ ਦੇ ਇੱਕ ਪਰਮਿੰਦਰ ਜੀ ਨੇ ਕੋਈ, ਉਹਨਾਂ ਨਾਲ ਗੱਲ ਹੋਈ ਸੀ ਇੱਕ ਦਿਨ, ਇੱਕ ਵਾਰ ਨਹੀਂ ਕਈ ਵਾਰ ਗੱਲ ਹੋਈ ਆ। ਇੱਕ ਪੁੰਨੂ ਕਾਤਰੋਂ ਜੀ ਨੇ ਧੂਰੀ ਵਾਲੇ,
ਉਹਨਾਂ ਨਾਲ ਵੀ ਗੱਲ ਹੋਈ ਭਾਈ ਸਾਹਿਬ ਨਾਲ, ਕਹਿੰਦੇ ਅੱਜ ਤੁਹਾਨੂੰ ਮਾਨ ਸਾਹਿਬ ਨੂੰ ਮਿਲਾ ਦਈਏ। ਮੈਂ ਕਿਹਾ ਜੇ ਉਹਨਾਂ ਕੋਲ ਟਾਈਮ ਨਹੀਂ, ਟਾਈਮ ਬੇਟਾ ਮੇਰੇ ਕੋਲ ਵੀ ਨਹੀਂ ਹੈਗਾ ਫਿਰ। ਮੈਂ ਕਿਹਾ ਜੇ ਉਹ MP ਦੀ ਫੀਲਿੰਗ ਰੱਖਦਾ, ਇੱਧਰ ਕੁੜੀ ਤਾਂ ਰਾਸ਼ਟਰਪਤੀ ਵਾਲੀ ਫੀਲਿੰਗ ਰੱਖਦੀ ਆ। ਮੈਂ ਕਿਹਾ ਮੈਂ ਤਾਂ ਰਾਸ਼ਟਰਪਤੀ, ਮੈਂ ਕਿਹਾ ਜੇ ਤੁਸੀਂ ਮੁੱਖ ਮੰਤਰੀ ਦੀ ਫੀਲਿੰਗ ਰੱਖ ਸਕਦੇ, ਮੈਂ ਤਾਂ ਰਾਸ਼ਟਰਪਤੀ ਦੀ ਫੀਲਿੰਗ ਰੱਖਦੀ ਆ। ਮੇਰੀ ਤਾਂ ਸੋਚ ਐਡੀ ਉੱਚੀ ਆ। ਆਮ ਆਦਮੀ ਪਾਰਟੀ 'ਚ ਭਗਵੰਤ ਮਾਨ ਹੋ ਗਿਆ, ਜਿਹੜਾ ਫਿਰ ਤੀਜਾ ਧੜਾ ਤੁਸੀਂ ਚੌਥਾ ਕਰ ਰਹੇ ਹੋ ਕੋਈ ਖੜਾ। ਗੱਲ ਨਹੀਂ, ਆਮ ਆਦਮੀ ਪਾਰਟੀ ਵਾਲੇ ਨੇ ਮੇਰੇ ਬਰਾਬਰ ਇਲੈਕਸ਼ਨ ਲੜਨੀਆਂ ਪਟਿਆਲੇ ਤੋਂ। ਮੈਂ ਤਾਂ ਲੋਕਾਂ ਨੂੰ ਇੱਕੋ ਹੀ ਗੱਲ ਕਹਿਣੀ ਆ ਵੀ ਦੇਖੋ, ਤੁਹਾਨੂੰ ਸੱਚਾਈਆਂ ਸਭ ਨੂੰ ਪਤਾ ਹੀ ਆ। ਜੇ ਤੁਸੀਂ ਇਹਨਾਂ ਨੂੰ ਮੇਰੇ ਤੋਂ ਪਹਿਲਾਂ ਦੇ ਜਾਣਦੇ ਹੋ, ਮੇਰੇ ਤੋਂ ਪਹਿਲਾਂ ਜੇ ਇਹ ਤੁਹਾਡੇ ਹੱਕ ਸੱਚ ਲਈ ਬੋਲਦੇ ਨੇ, ਜੀ ਸਦਕੇ ਇਹਨਾਂ ਨੂੰ ਵੋਟਾਂ ਪਾ ਦਿਓ। ਜਿਨ੍ਹਾਂ ਨੇ ਤੁਹਾਡੇ ਲਈ ਕੁਝ ਕੀਤਾ ਨਾ ਹੁਣ ਤੱਕ, ਤੁਹਾਡੇ ਨਾਲ, ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ, ਚਾਹੇ ਉਹ ਅਕਾਲੀ, ਕਾਂਗਰਸੀ, ਚਾਹੇ ਝਾੜੂ, ਤਿੰਨੇ ਖੜੇ ਨੇ ਨਾ, ਬੇਸ਼ੱਕ ਵੋਟਾਂ ਪਾ ਦਿਓ। ਮੈਨੂੰ ਨਾ ਵੋਟ ਪਾਇਓ, ਮੈਨੂੰ ਮਨਜ਼ੂਰ ਆ। ਪਰ ਜੇ ਮੈਂ ਤੁਹਾਡੇ ਨਾਲ ਖੜੀ ਹਾਂ ਤਾਂ ਵੋਟ ਮੈਨੂੰ ਪਾ ਦਿਓ ਬਸ ਫਿਰ। ਸੋ ਇਹ ਸਾਡੇ ਨਾਲ ਜਸਲੀਨ ਸੀ ਪਟਿਆਲਾ ਤੋਂ, ਜਿਹੜੇ ਸਿਆਸਤ ਦੇ ਵਿੱਚ ਥੋੜ੍ਹੇ ਸਮੇਂ ਦੇ ਵਿੱਚ ਦੇਖੋਗੇ ਕਿ ਪਟਿਆਲੇ ਤੋਂ ਕੁੱਦ ਰਹੇ ਆ ਸਿਆਸਤ ਦੇ ਅੰਦਰ। ਇਹਨਾਂ ਦਾ ਕਹਿਣਾ ਕਿ ਅਸੀਂ ਬਦਲਾਅ ਲੈ ਕੇ ਆਉਣਾ ਚਾਹੁੰਦੇ ਹਾਂ। ਸਾਡਾ ਮਕਸਦ ਇੰਟਰਵਿਊ ਕਰਨ ਦਾ ਇਹ ਸੀ ਕਿ ਕਈ ਲੋਕ ਸਵਾਲ ਕਰਦੇ ਸੀ ਕਿ ਜਸਲੀਨ ਕਿਉਂ ਬੋਲਦੀ ਹੈ, ਕਿਉਂ ਸਟੇਜਾਂ ਤੇ ਚੜ੍ਹ ਕੇ ਜਦੋਂ ਕੋਈ ਪੱਖ ਦਾ ਮਸਲਾ ਹੁੰਦਾ ਉਦੋਂ ਕਿਉਂ ਸਟੇਜਾਂ ਦੇ ਉੱਤੇ ਜਸਲੀਨ ਬੋਲਦੀ ਦਿਸਦੀ ਹੈ। ਕੀ ਉਹਨਾਂ ਦਾ ਮਕਸਦ ਸਿਆਸਤ ਦੇ ਵਿੱਚ ਆਉਣਾ ਸੀ, ਜਾਂ ਉਹ ਤੁਸੀਂ ਆਪ ਸਮਝਦਾਰ ਹੋ ਕਿ ਇਹ ਇਹਨਾਂ ਦਾ ਕਹਿਣਾ ਅਕਸਰ ਇਹ ਵੀ ਗੱਲਾਂ ਕਹਿੰਦੇ ਆ ਸਟੇਜ ਤੇ ਕਿ ਮੈਂ ਲੋਕਾਂ ਦੇ ਮਸਲਿਆਂ ਤੇ, ਲੋਕਾਂ ਦੇ ਦਰਦਾਂ ਨੂੰ ਸਟੇਜਾਂ ਤੇ ਉਹ ਲੀਡਰਾਂ ਨੂੰ ਲਾਹਣਤਾਂ ਪਾਉਂਦੀਆਂ ਜਿਹੜੇ ਵੋਟਾਂ ਲੈ ਕੇ ਭੁੱਲ ਜਾਂਦੇ ਆ ਜਨਤਾ ਨੂੰ। ਬਿਲਕੁਲ, ਮੈਂ ਤਾਂ ਯੂਥ ਨੂੰ ਜਗਾਉਣਾ ਚਾਹੁੰਦੀ ਹਾਂ। ਮੈਂ ਤਾਂ ਮੇਰੇ ਵੀਰਿਆਂ ਨੂੰ ਕਹਿੰਦੀ ਹਾਂ, ਵੀਰੇ ਮੈਂ ਨਹੀਂ ਕਹਿੰਦੀ ਵੀ ਤੁਸੀਂ ਇਹਨਾਂ ਨੂੰ ਵੋਟਾਂ ਪਾਓ, ਤੁਸੀਂ ਲੜੋ ਇਲੈਕਸ਼ਨ। ਕਿ ਇੱਕ ਨਵਜੋਤ ਸਿੰਘ ਸਿੱਧੂ ਜਾਂ ਇੱਕ ਕੈਪਟਨ ਅਮਰਿੰਦਰ ਸਿੰਘ ਜਾਂ ਇੱਕ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੈ ਸਾਡਾ, ਕੀ ਸਾਡੇ ਯੂਥ ਦੇ ਮੈਂਬਰ ਮੁੱਖ ਮੰਤਰੀ ਨਹੀਂ ਬਣ ਸਕਦੇ? ਸਾਡੇ ਨੌਜਵਾਨ ਨਹੀਂ ਬਣ ਸਕਦੇ? ਜਿਹੜੇ ਮੇਰੇ ਨੌਜਵਾਨ ਵੀਰ ਸਵੇਰੇ ਸ਼ਾਮ ਜਿੰਮ ਕਰਦੇ ਨੇ, ਜਿਨ੍ਹਾਂ ਨੇ ਆਪਣੀ ਬਾਡੀ ਨੂੰ ਇੰਨਾ ਕੁ ਫਿੱਟ ਕੀਤਾ ਹੋਇਆ, ਜਿਹੜੇ 30-30 40-40 ਕਿਲੋਮੀਟਰ ਦੀ ਰੇਸ 10-10 15-15 ਮਿੰਟਾਂ 'ਚ ਕੱਢ ਦਿੰਦੇ ਨੇ, ਮੇਰੇ ਇੰਨੇ ਵਧੀਆ ਵੀਰ ਨੇ, ਕਿ ਉਹ ਨਹੀਂ ਅੱਗੇ ਆ ਸਕਦੇ? ਹੁਣ ਤੁਸੀਂ ਹੋ ਕਿ ਤੁਸੀਂ MLA ਨਹੀਂ ਬਣ ਸਕਦੇ? ਤੁਸੀਂ ਵੀ ਤਾਂ ਬਣ ਸਕਦੇ ਹੋ ਜੀ। ਤੁਹਾਡੇ ਅੰਦਰ ਵੀ ਗੜਸ ਨੇ, ਤੁਸੀਂ ਕਿੰਨੀ ਉਹਨਾਂ ਦੀ ਇੰਟਰਵਿਊਜ਼ ਕਰਦੇ ਹੋ, ਤੁਹਾਡੇ ਅੰਦਰ ਵੀ ਸਵਾਲ ਨੇ ਕਿ ਸਾਨੂੰ ਇਹੋ ਜਿਹੇ ਮੁੱਖ ਮੰਤਰੀ ਜਾਂ ਇਹੋ ਜਿਹੇ MLA ਕਿਉਂ ਨਹੀਂ ਚਾਹੀਦੇ ਜਿਹੜੇ ਸਾਰਾ ਦਿਨ ਬਸ ਭੱਜੇ ਹੀ ਫਿਰੀ ਜਾਣ। ਵੀ ਕਦੇ ਰੇਤਾ ਮਾਈਨਿੰਗ ਵਾਲਿਆਂ ਕੋਲ ਵਗ ਗਏ, ਉਹਨਾਂ ਨੂੰ ਪੁੱਛਿਆ ਵੀ ਹਾਂ ਭਾਈ ਟਰੱਕ ਕਿਵੇਂ ਭਰਿਆ। ਪਰ ਜਸਲੀਨ ਸਵਾਲ ਤਾਂ ਇਹੀ ਹੁੰਦਾ ਨਾ, ਜੇ ਕੋਈ ਪੁਰਾਣਾ ਬਜ਼ੁਰਗ ਉਤਰੂਗਾ ਸੀਟ ਤੋਂ, ਆਪਦੀ ਕੁਰਸੀ ਛੱਡੂਗਾ, ਤਾਂ ਹੀ ਨਵੇਂ ਨੂੰ ਮੌਕਾ ਮਿਲੂਗਾ। ਪੁਰਾਣੇ ਤਾਂ ਕੁਰਸੀਆਂ ਛੱਡਦੇ ਨਹੀਂ। ਉਹ ਅਸੀਂ ਛੱਡਣ ਲਈ ਛੱਡਦੇ ਹੀ ਨਹੀਂ, ਅਸੀਂ ਵਿਕ ਜੰਨੇ ਆ ਨਾ ਜੀ। ਅਸੀਂ ਉਹ ਦਾਰੂ ਦੀ ਬੋਤਲ ਤੇ ਵਿਕਦੇ ਹਾਂ, ਰੌਲਾ ਤਾਂ ਸਾਡਾ ਹੀ ਆ ਜੀ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਸਾਡੇ ਨੌਜਵਾਨ ਕਿਹੜਾ ਮੁੰਡਾ ਕਹਿ ਸਕਦੇ ਆ ਜਾਂ ਕਿਹੜਾ ਬੰਦਾ ਇਹ ਗੱਲ ਕਹੇ ਵੀ ਸਾਡਾ ਬੱਚਾ ਪਾਕਿਸਤਾਨ ਤੋਂ ਵੀਜ਼ਾ ਲਵਾ ਕੇ ਆਪ ਚਿੱਟਾ ਲੈ ਕੇ ਆਇਆ ਸੀ? ਕੋਈ ਹੈਗਾ ਪੰਜਾਬ ਦੇ ਵਿੱਚ ਇਹੋ ਜਿਹਾ ਨੌਜਵਾਨ ਜਿਹੜਾ ਕਹੇ ਕਿ ਹਾਂ ਮੈਂ ਇਸ ਇਨਸਾਨ ਨੂੰ ਜਾਣਦਾ ਵੀ ਇਹ ਚਿੱਟਾ ਲੈ ਆਇਆ ਤੀ ਜੀ? ਨਹੀਂ ਲੈ ਕੇ ਆਇਆ ਨਾ ਜੀ। ਚਿੱਟਾ ਕੌਣ ਲੈ ਕੇ ਆਇਆ? ਇਹ ਮੰਤਰੀ। ਨਸ਼ਿਆਂ ਨੂੰ ਪ੍ਰਮੋਟ ਕਿਹਨੇ ਕੀਤਾ? ਇਹਨਾਂ ਨੇ ਹੀ ਤਾਂ ਪ੍ਰਮੋਟ ਕੀਤਾ। ਹੁਣ ਲਾਕਡਾਊਨ ਚੱਲਿਆ ਨਾ, ਸਕੂਲ ਬੰਦ ਸੀ, ਠੇਕੇ ਖੁੱਲ੍ਹੇ ਸੀਗੇ। ਫਿਰ ਇੱਥੇ ਆਪਾਂ ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਹਾਂ ਜਾਂ ਸਿੱਖਿਆ ਨੂੰ ਪ੍ਰਮੋਟ ਕਰ ਰਹੇ ਹਾਂ? ਫਿਰ ਤਾਂ ਅਸੀਂ ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਹਾਂ ਨਾ ਜੀ। ਫਿਰ ਕਹਿੰਦੇ ਨੇ ਸਾਡੇ ਲਈ ਨਸ਼ਾ ਜ਼ਰੂਰੀ ਆ ਜੀ। ਹਜੇ ਤੱਕ ਸ਼ਰਾਬ ਦੀ ਬੋਤਲ 'ਤੇ ਲਿਖਿਆ ਹੁੰਦਾ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। ਸੋਚਣ ਵਾਲੀ ਗੱਲ ਹੈ ਵੀ ਦੁੱਧ ਵੇਚਣ ਵਾਲੇ ਨੂੰ ਤਾਂ ਘਰ ਘਰ ਜਾਣਾ ਪੈਂਦਾ ਦੁੱਧ ਵੇਚਣ, ਹੈ ਨਾ। ਅਤੇ ਸ਼ਰਾਬ ਅਸੀਂ ਆਪ ਖਰੀਦ ਕੇ ਲੈ ਕੇ ਆਉਂਦੇ ਹਾਂ। ਦੁੱਧ ਵਾਲੇ ਭਾਈ ਤੋਂ ਨਾ ਅਸੀਂ ਦੁੱਧ 'ਚੋਂ ਬਾਰ-ਬਾਰ ਪੁੱਛਦੇ ਹਾਂ ਵੀ ਦੁੱਧ 'ਚ ਪਾਣੀ ਤਾਂ ਨਹੀਂ ਪਾਇਆ ਕਿਤੇ, ਔਰ ਸ਼ਰਾਬ 'ਚ ਖੁਦ ਪਾਣੀ ਪਾ ਪੀਂਦੇ ਹਾਂ। ਇਹ ਸਮਾਜ ਆ ਜੀ ਮੇਰਾ, ਇਹ ਆ ਮੇਰਾ ਪੰਜਾਬ। ਇਹ ਆ ਪੰਜਾਬ ਦੀ ਧਰਤੀ। ਉਹ ਕਮਲਿਓ, ਤੁਸੀਂ ਤਾਂ ਚਾਟੀਆਂ ਦੀਆਂ ਲੱਸੀਆਂ ਪੀਣੀਆਂ ਦੀ, ਤੁਸੀਂ ਤਾਂ ਕਾੜਨੀਆਂ ਦੇ ਦੁੱਧ ਪੀਣੇ ਸੀ, ਉਹ ਖਤਮ ਹੀ ਕਰਤੇ ਇਸ ਤਾਂ ਵਿਰਸੇ। ਉਹ ਵਿਰਸੇ ਨੂੰ ਤਾਂ ਭੁੱਲ ਗਏ, ਖਤਮ ਹੋ ਗਿਆ ਸਾਰਾ ਕੁਛ। ਉਹ ਉਲਟਾ ਹੋਰ ਨਵੇਂ ਚੱਕਰਾਂ 'ਚ ਪੈ ਗਏ। ਅੱਜ ਕੱਲ੍ਹ ਤਾਂ ਜੀ ਇਹੋ ਜਿਹਾ ਟਰੈਂਡ ਆ ਗਿਆ, ਸੈਰ ਕਰਨ ਵੀ ਅਸੀਂ ਗੱਡੀ 'ਚ ਜਾਂਦੇ ਹਾਂ ਜੀ। ਉੱਥੇ ਬਾਹਰਲੇ ਪਾਸੇ ਇਨਵਾਇਰਮੈਂਟ ਪਾਰਕ ਦੇ ਨਾ ਗੱਡੀਆਂ ਖੜੀਆਂ ਹੁੰਦੀਆਂ ਨੇ, ਤਕੜੇ ਘਰਾਂ ਦੇ ਬੱਚੇ ਸੈਰ ਕਰਨ ਆਉਂਦੇ ਨੇ। ਪਹਿਲਾਂ ਘਰ ਤੋਂ ਗੱਡੀ 'ਚ ਆਉਣਗੇ, ਫਿਰ ਗੱਡੀ 'ਚੋਂ ਇਨਵਾਇਰਮੈਂਟ ਪਾਰਕ 'ਚ ਸੈਰ ਕਰਕੇ ਆਉਣਗੇ, ਫਿਰ ਵਾਪਸ ਗੱਡੀ 'ਚ ਬੈਠ ਕੇ ਘਰ ਆ ਜਾਣਗੇ। ਇਹ ਆ ਸਾਡਾ ਵਿਰਸਾ, ਇਹ ਆ ਸਾਡੀ ਸਿਹਤ ਸਿੱਖਿਆ ਪ੍ਰਣਾਲੀ, ਸਿਹਤ ਸਿਸਟਮ। ਇਹ ਆ ਸਾਡਾ ਆਕਸੀਜਨ ਦੀ ਘਾਟ ਨਾਲ ਸਾਡੇ ਗੌਰਮੈਂਟ ਹਸਪੀਟਲਾਂ ਦਾ ਕੀ ਹਾਲ ਆ। ਕਿਸੇ ਦਾ ਐਕਸੀਡੈਂਟ ਕੇਸ ਹੋ ਗਿਆ, ਅਸੀਂ ਚੱਕ ਕੇ ਉਹਨੂੰ ਹਸਪੀਟਲ ਲੈ ਕੇ ਗਏ, ਡਾਕਟਰ ਸਲਿੱਪ ਦੇ ਦਿੰਦਾ ਐਡੀ ਵੱਡੀ, ਕਿਉਂਕਿ ਉੱਥੇ ਦਵਾਈਆਂ ਨਹੀਂ ਹੁੰਦੀਆਂ। ਜਦ ਤੱਕ ਉਹ ਦਵਾਈਆਂ ਦੁਕਾਨ ਤੋਂ ਆਉਂਦੀਆਂ ਨੇ, ਅਗਲਾ ਪੈਸੇ ਦਾ ਅਰੇਂਜ ਕਰਦਾ ਹੈ, ਜਦ ਤੱਕ ਸਾਡਾ ਬੰਦਾ ਨਹੀਂ ਬਚਦਾ। ਇਹ ਸਾਡਾ ਹਾਲ ਹੈ ਜੀ। ਜਿਹੜਾ ਗਰੀਬ ਆ ਉਹ ਦਿਨ ਪ੍ਰਤੀ ਦਿਨ ਗਰੀਬ ਹੁੰਦਾ ਜਾਂਦਾ, ਜਿਹੜਾ ਅਮੀਰ ਆ ਉਹ ਦਿਨ ਪ੍ਰਤੀ ਦਿਨ ਅਮੀਰ ਹੁੰਦਾ ਜਾਂਦਾ ਹੈ। ਸੋ ਇਹ ਸਾਡੇ ਨਾਲ ਜਸਲੀਨ ਸੀ। ਉਮੀਦ ਹੈ ਗੱਲਬਾਤ ਪਸੰਦ ਆਈ ਹੋਊਗੀ। ਜੁੜੇ ਰਹੋ ਸੁਰਖਾਬ TV ਦੇ ਨਾਲ। ਮੈਨੂੰ ਮਨੀ ਪਰਵੇਜ਼ ਨੂੰ ਦਿਓ ਇਜਾਜ਼ਤ। ਧੰਨਵਾਦ।